लोग जाने हे गीत है, लोग जाने हे गीत है। ये तो ब्रह्म विचार, ये तो ब्रह्म विचार। लोग जाने हे गीत है, लोग जाने हे गीत है, लोग जाने हे गीत है। गुरु जी का खालसा वाहिगुरु जी की फतेह। अंग है 526। गूजरी श्री जयदेव जियो का पदा। घर चौथा एक ओंकार सतगुर प्रसाद। परमाद पुरख मनोपमं सत आद भाव रतं। परमद्भुतं परकृत परं जद चिंत सर्वगतं। गूजरी श्री जयदेव जियो का पदा। घर चौथा एक ओंकार सतगुर प्रसाद। परमाद पुरख मनोपिमं सत आद भाव रतं। परमद्भुतं परकृत परं जद चिंत सर्वगतं। केवल राम नाम मनोरमं बद अमृत तत्मयं। नाद नोत जस्मरणेन जन्म जराद मरण भयं। रहाओ गूजरी श्री जयदेव जियो का पदा। गूजरी राग विच पंचम पातशाह वालों ये दर्ज किया गया। भगत जयदेव जी जिहड़े कि बंगाल दे दक्षिणी बंगाल दे रहण वाले, उन्हां दे दो शब्द गुरु ग्रंथ साहिब विच दर्ज ने। एक तो गुजरी राग विच, एक मारू राग विच। उन्हां दा जन्म 1201 च होया ते 1245 चों चढ़ाई कर गई सी। 45 साल की उम्र विच उन्होंने एक ग्रंथ रचिया गीत गोबिंदे। एक तारे नाल गाउंदे। उन्हां दा मंदिर भी है। उन्हां दी घरवाली, उन्हां दी धर्म पत्नी भी उन्हां दे नाल गाउंदी सी। ते गीत गोबिंदे गाउंदियां गाउंदियां उन्हां दी सुरती निर्गुण ਸਰੂਪ नाल जुड़ी ते वो परमात्मा नूं जा प्राप्त होई। ते जदों गुरु नानक पातशाह उधर गए, उन्हां दे ये दो पदे मिले उन्हां नूं ते महाराज ये दोने पदे लैके नाल आए ने। ते उन्हां दी बाणी गुरु ग्रंथ साहिब विच दर्ज है, क्योंकि इसे राग विच ही आपां गुरु नानक पातशाह दा शब्द पढ़ आए हैं। वो भी चौथे घर विच है। वो इस नूं संबंधित होके ही गुरु नानक पातशाह ने लिखिया। एक ओंकार सतगुर प्रसाद। महाराज मंगलाचरण आरंभ करते हैं। ये परमात्मा एक है, एक रस है, सर्वव्यापक है तो गुरु की कृपा द्वारा उसकी बख्शिश होती है। परमाद पुरख मनोपमं सत आद भाव रतं। परमद्भुतं परकृत परं जद चिंत सर्वगतं।
केवल राम नाम मनोरमं बद अमृत तत्मयं नादनोत जस स्मरण जन्म जराद मरण भयं। रहाओ रहाओ ਦੀ ਇਸ ਪੰਕਤੀ ਵਿੱਚ ਮਹਾਰਾਜ ਨੇ ਆਰੰਭਤਾ ਕਰਦੇ ਨੇ ਕਿ ਪਰਮ ਆਦ, ਦੋ ਸ਼ਬਦਾਂ ਦੇ ਬਣੇ ਹੋਏ ਲਫ਼ਜ਼ ਨੇ ਸਾਰੇ ਇਹ। ਪਰਮ ਆਦ ਸਭ ਤੋਂ ਪਹਿਲਾਂ ਉੱਚਾ, ਆਦ ਤੋਂ ਪੁਰਖ, ਮਨੋਰਪਮ ਜਿਹਦੀ ਕਿ ਉਪਮਾ ਨਹੀਂ ਕੀਤੀ ਜਾ ਸਕਦੀ, ਉਹ ਪੁਰਖ, ਉਹ ਹਸਤੀ, ਸਤ ਆਦ, ਆਦ ਤੋਂ, ਸ਼ੁਰੂ ਤੋਂ। ਇੱਥੇ ਆਦ ਤੋਂ ਭਾਵ ਸ਼ੁਰੂ ਤੋਂ ਨਹੀਂ ਹੈ, ਇੱਥੇ ਹੈ ਸਤ ਆਦ, ਸਤ ਆਦਿਕ, ਸਤ ਨਾਲ ਜੁੜੇ ਹੋਏ ਹੋਰ ਜਿੰਨੇ ਵੀ ਗੁਣ ਨੇ, ਕਿਉਂਕਿ ਨਾਲ ਹੈ ਭਾਵ, ਭਾਵ ਦਾ ਅਰਥ ਹੈ ਗੁਣ। ਉਹ ਸੱਚ ਨਾਲ ਜਿੰਨੇ ਵੀ ਜੁੜੇ ਹੋਏ ਹੋਰ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਸਹਿਜ, ਉਹ ਕਿਰਪਾਲੂ ਹੈ, ਦਿਆਲੂ ਹੈ, ਨਿਰਭਉ ਹੈ, ਨਿਰਵੈਰ ਹੈ। ਕਹਿੰਦੇ ਉਹਨਾਂ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਮੁੱਢ ਤੋਂ ਹੀ, ਸ਼ੁਰੂ ਤੋਂ ਹੀ ਉਹ ਐਸੀ ਹਸਤੀ ਹੈ ਜਿਸ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਉਹ ਸ਼ੁਭ ਗੁਣਾਂ ਨਾਲ, ਸਤ ਭਰੇ ਗੁਣਾਂ ਨਾਲ, ਸੱਚ ਦੇ ਗੁਣਾਂ ਨਾਲ ਲਬਰੇਜ਼ ਹੈ, ਭਰਿਆ ਹੋਇਆ ਹੈ। ਪਰਮ ਪੁੱਤੰ, ਪਰਮ ਪੁੱਤੰ, ਪਰਮ ਉੱਚਾ, ਅਦਭੁਤੰ ਜਿਹੜਾ ਸ਼ਬਦ ਹੈ, ਅਦਭੁਤ, ਅਚਰਜ ਕਰ ਦੇਣ ਵਾਲਾ, ਉਹ ਬੜਾ ਉੱਚਾ ਹੈ, ਹੈਰਾਨ ਕਰ ਦੇਣ ਵਾਲਾ, ਕਿਉਂਕਿ ਦੋ ਸ਼ਬਦਾਂ ਦਾ ਸੁਮੇਲ ਹੈ। ਪ੍ਰਕਿਰਤ, ਪਰ ਨਾਲ ਹੀ ਇਸ ਕਿਰਤੀ ਤੋਂ ਪਰੰ, ਪਰੇ ਹੈ। ਉਹ ਇਸ ਪ੍ਰਕਿਰਤੀ ਤੋਂ ਵੀ ਪਰੇ ਹੈ, ਭਾਵ ਸੰਸਾਰ ਵਿੱਚ ਰਹਿੰਦਿਆਂ ਹੋਇਆ ਵੀ ਸੰਸਾਰ ਤੋਂ ਨਿਰਲੇਪ ਹੈ। ਜਦ ਚਿਤੰ ਸਰਬਗਤੰ, ਇੱਥੇ ਹੁਣ ਮਹਾਰਾਜ ਅਗਲੀ ਗੱਲ ਕਰਦੇ ਨੇ ਕਿ ਜਿਹੜਾ ਵੀ ਭਾਈ ਉਸ ਵਾਹਿਗੁਰੂ ਅਕਾਲ ਪੁਰਖ ਦਾ ਧਿਆਨ ਧਰਦਾ ਹੈ, ਇੱਥੇ ਜਦ ਚਿੱਤ ਤੋਂ ਭਾਵ ਹੈ ਜਿੱਧਰ ਕਿੱਧਰ ਵੀ ਵੇਖਦੇ ਹਾਂ, ਸਰਬਗਤੰ, ਸਰਬਗਤੰ ਤੋਂ ਭਾਵ ਸਰਬ ਜਗ੍ਹਾ ਵਿਆਪਕ ਹੈ, ਹਰ ਜਗ੍ਹਾ ਸਵਾਈਮਾਨ ਹੈ ਉਹ ਪ੍ਰਮਾਤਮਾ, ਉਹ ਵਾਹਿਗੁਰੂ ਅਕਾਲ ਪੁਰਖ। ਕੇਵਲ ਰਾਮ ਨਾਮ ਮਨੋਰਮੰ, ਭਗਤ ਜੀ ਕਹਿੰਦੇ ਕਿ ਕੇਵਲ ਤੇ ਕੇਵਲ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ। ਕੇਵਲ ਰਾਮ ਨਾਮ ਮਨੋਰਮੰ, ਜਿਹੜਾ ਕਿ ਮਨ ਨੂੰ ਮੋਹ ਲੈਣ ਵਾਲਾ ਹੈ, ਉਸ ਪਰਮਾਤਮਾ ਦਾ ਨਾਮ। ਬਦ ਅੰਮ੍ਰਿਤ ਤਤਮਯੰ, ਉਹ ਵਾਹਿਗੁਰੂ ਅਕਾਲ ਪੁਰਖ ਜੋ ਕਿ ਸੰਸਾਰ ਦਾ ਅਸਲੀ ਤੱਤ ਹੈ, ਨਿਚੋੜ ਹੈ, ਇਸ ਮਾਇਆ ਦਾ ਮੂਲ ਹੈ। ਨਾਂਦਨੋਤ ਜਸ ਸਮਰਣੇਨ ਜਨਮ ਜਰਾਦ ਮਰਨ ਭਯੰ, ਕਹਿੰਦੇ ਨਾਂਦਨੋਤ, ਤੈਨੂੰ ਫਿਰ ਦੁੱਖ ਨਹੀਂ ਦੇਣਗੀਆਂ ਇਹ ਚੀਜ਼ਾਂ ਜਦੋਂ ਤੂੰ ਉਸ ਪਰਮਾਤਮਾ ਦਾ ਸਿਮਰਨ ਕਰੇਂਗਾ। ਦਾ ਇਹ ਜੰਮਣ ਦਾ ਡਰ, ਜਰ ਆਦ ਦੋ ਸ਼ਬਦ ਨੇ ਇਹ। ਜਰ ਮੀਨ ਬੁਢਾਪਾ, ਆਦ ਮੀਨ ਬਿਮਾਰੀਆਂ, ਆਦ ਵਿਆਦ ਉਪਾਦ, ਮਨੋਰੋਗ ਜਿਹੜੇ ਨੇ। ਤਾਂ ਹੀ ਮਰ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨ ਕੋ ਲਾਗੈ ਜਾਂ ਕਿ ਪ੍ਰਭ ਆਗੈ ਅਰਦਾਸ। ਉਸ ਪਰਮਾਤਮਾ ਦਾ ਨਾਮ ਸਿਮਰਨ ਨਾਲ ਜੈਦੇਵ ਜੀ ਮਹਾਰਾਜ ਕਹਿੰਦੇ ਭਾਈ ਤੈਨੂੰ ਫਿਰ ਇਹ ਦੁੱਖ ਨਹੀਂ ਦੇਣਗੇ। ਕਿਹੜੀਆਂ ਚੀਜ਼ਾਂ ਦੁੱਖ ਨਹੀਂ ਦੇਣਗੀਆਂ? ਨਾ ਤੇ ਮੌਤ ਦਾ ਡਰ, ਨਾ ਜੰਮਣ ਦਾ ਡਰ, ਨਾ ਬੁਢਾਪੇ ਦਾ ਡਰ, ਨਾ ਰੋਗ। ਮਰਨ ਭਯੰ ਭਾਵ ਇਹ ਤੈਨੂੰ ਦੁੱਖ ਨਹੀਂ ਦੇਣਗੇ, ਇਹ ਫਿਰ ਤੈਨੂੰ ਸਤਾਉਣਗੇ ਨਹੀਂ। ਹਾਂਜੀ। ਇਸ ਜਮਾਦ ਪ੍ਰਾਪਯੰ ਜਸ ਸਵਾਸਤੋ ਸੁਕਿਰਤ ਕ੍ਰਿਤੰ ਭਵ ਭੂਤ ਭਾਵ ਸੰਭਿਆਯੰ ਸਭ ਭੂਤ ਭਾਵ ਸਮਭਯੰ ਪਰਮ ਪ੍ਰਸੰਨ ਮਿਦੰ ਇਛਸ ਜਮਾਦ ਪਰਾਭਯੰ ਜਸ ਵਸ ਸੁਕ੍ਰਿਤ ਕ੍ਰਿਤੰ ਪਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਮਿਦੰ। ਕਿਉਂਕਿ ਜਦੋਂ ਆਪਾਂ ਇਸ ਸੰਸਕ੍ਰਿਤ ਨੂੰ ਪੜ੍ਹਦੇ ਹਾਂ ਤਾਂ ਇਹਦੀ ਲੈ ਇਹੀ ਹੈ ਪੜ੍ਹਨ ਦੀ। ਜਦੋਂ ਅਸੀਂ ਇਹਨੂੰ ਪੰਜਾਬੀ ਵਾਂਗੂ ਪੜ੍ਹਦੇ ਹਾਂ, ਮੈਂ ਵੇਖਿਆ, ਕਿਉਂਕਿ ਸਾਨੂੰ, ਮੈਂ ਰਾਤ ਇਹੀ ਗੱਲ ਸੋਚਦਾ ਰਿਹਾ ਕਿ ਕਿਉਂ ਅਸੀਂ ਅੜ ਜਾਂਦੇ ਹਾਂ, ਕਿਉਂਕਿ ਲੈ ਹੈ ਇਹਦੀ ਇੱਕ, ਉਸ ਲੈ 'ਚ ਹੀ ਪੜ੍ਹਿਆ ਜਾਂਦਾ ਹੈ।
ਜਦੋਂ ਅਸੀਂ ਬਚਪਨ 'ਚ ਪੜ੍ਹਦੇ ਤਾਂ ਇਸ ਲੈ 'ਚ ਪੜ੍ਹਦੇ, ਇਹਨੂੰ ਮੈਂ ਰਿਕਾਰਡ ਵੀ ਕੀਤਾ, ਅਤੇ ਆਨੰਦ ਜਿਹੜਾ ਇਹਦਾ ਪੜ੍ਹਨ ਦਾ ਵੱਖਰਾ ਹੈ, ਕਿਉਂਕਿ ਆਪਾਂ ਹੁਣ ਇਹਦੀ ਅਰਥ ਕਰ ਰਹੇ ਹਾਂ ਨਾਲ, ਇਸ ਕਰਕੇ ਲਾਈਨ ਨੂੰ ਪੂਰਾ ਪੜ੍ਹਨ ਤੋਂ ਬਾਅਦ ਹੀ ਇਹਦੇ ਅਰਥ ਮੈਂ ਕਰਦਾ। ਇੱਥੇ ਮੈਂ ਕਹਿੰਦਾ ਇੱਛਸ ਜਮਾਦ ਪ੍ਰਾਪਿਅੰ, ਜੇ ਤੂੰ ਇੱਛਾ ਰੱਖਦਾ ਹੈ ਇਹ ਗੱਲ ਦੀ ਕਿ ਇਹ ਜਮਾ ਉੱਤੇ ਮੈਂ ਪ੍ਰਾਪਿਅੰ ਤੋਂ ਭਾਵ ਮੈਂ ਇਹਨਾਂ ਉੱਤੇ ਤਾਕਤ ਹਾਸ ਕਰ ਲਵਾਂ, ਇਹਨਾਂ ਨੂੰ ਮੈਂ ਆਪਣਾ ਜਿੱਤ ਪ੍ਰਾਪਤ ਕਰ ਸਕਾਂ ਇਹਨਾਂ ਉੱਤੇ। ਜਸ ਸਵਸਤ ਸੁਕ੍ਰਿਤ ਕ੍ਰਿਤੰ, ਅਤੇ ਚੰਗਾ ਜਸ ਮੈਨੂੰ ਮਿਲੇ, ਚੰਗੀ ਮੈਂ ਕਿਰਤੀ ਕਰਾਂ, ਚੰਗੇ ਨੇਕ ਕੰਮ ਕਰਾਂ। ਕਹਿੰਦੇ ਉਸ ਪਰਮਾਤਮਾ ਨਾਲ ਜੁੜਨਾ ਕਰ। ਇੱਥੇ ਕਹਿੰਦੇ ਕੇਵਲ ਰਾਮ ਨਾਮ ਮਨੋਰਮਮ, ਕਿਉਂਕਿ ਜਿਹੜਾ ਮੁੱਢ ਰਹਾਉ ਦੀ ਪੰਕਤੀ ਹੈ ਉਸ ਪਰਮਾਤਮਾ ਦੀ ਮਹਾਰਾਜ ਫਿਰ ਗੱਲ ਕਰਦੇ ਨੇ ਕਿ ਉਹ ਪਰਮਾਤਮਾ, ਉਹ ਵਾਹਿਗੁਰੂ ਭਵ ਭੂਤ ਭਾਵ ਸਮੱਭਿਅੰ, ਉਹ ਭਵ ਭੂਤ ਭਾਵ ਲੰਘ ਚੁੱਕਿਆ ਸਮਾਂ, ਆਉਣ ਵਾਲਾ ਸਮਾਂ, ਤਿੰਨੇ ਕਾਲਾਂ ਵਿੱਚ ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ, ਕਹਿੰਦੇ ਭਾਈ ਵੀ ਉਹ ਇੱਕੋ ਜਿਹਾ ਹੀ ਹੈ। ਉਹ ਪਰਮਾਤਮਾ ਬਦਲਦਾ ਨਹੀਂ, ਉਹਦਾ ਸੁਭਾਅ ਇੱਕੋ ਜਿਹਾ ਰਿਹਾ ਹੈ। ਪਰਮੰ, ਉਹ ਉੱਚਾ ਸ੍ਰੇਸ਼ਟ ਹੈ ਸਭ ਤੋਂ। ਪ੍ਰਸੰਨ ਮਿਦੰ, ਉਹ ਪ੍ਰਸੰਨ ਚਿੱਤ ਹੈ, ਖੁਸ਼ੀਆਂ ਦੇਣ ਵਾਲਾ ਹੀ ਰਿਹਾ ਹਮੇਸ਼ਾ। ਹਾਂਜੀ। ਲੋਭਾਦ ਦ੍ਰਿਸ਼ਟ ਪਰਗ੍ਰਹੰ, ਜਦ ਵਿਦ ਆਚਰਣੰ, ਤਜ ਸਕਲ ਦੁਕਿਰਤ ਦੁਰਮਤੀ, ਭਜ ਚੱਕਰ ਤਰ ਸਰਣੰ। ਲੋਭਾਦ ਦ੍ਰਿਸ਼ਟ ਪਰਗ੍ਰਹੰ, ਜਦ ਵਿਦ ਆਚਰਣੰ, ਤਜ ਸਕਲ ਦੁਕ੍ਰਿਤ ਦੁਰਮਤੀ, ਭਜ ਚੱਕਰ ਤਰ ਸ਼ਰਣੰ। ਅਤੇ ਅਗਲੇ ਪਦੇ ਵਿੱਚ ਜੈਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਫਿਰ ਜੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਇਹ ਚੀਜ਼ਾਂ ਛੱਡਣੀਆਂ ਵੀ ਪੈਣਗੀਆਂ, ਕਿਉਂਕਿ ਕੋਈ ਚੀਜ਼ ਨੂੰ ਪ੍ਰਾਪਤ ਕਰਨਾ ਹੈ ਤਾਂ ਕੁਝ ਛੱਡਣਾ ਵੀ ਪੈਂਦਾ ਹੈ। ਜੇ ਉਸ ਭਾਂਡੇ ਵਿੱਚ ਅੰਮ੍ਰਿਤ ਪਾਉਣਾ ਹੈ ਤਾਂ ਜ਼ਹਿਰ ਕੱਢਣਾ ਪਏਗਾ। ਭਾਂਡਾ ਧੋਏ ਬੈਸ ਧੂਪ ਦੇਵੋ, ਆਓ ਦੂਧੇ ਕੋ ਜਾਓ। ਲੋਭਾਦ ਦ੍ਰਿਸ਼ਟ, ਪਹਿਲੀ ਗੱਲ ਲੋਭ ਵਾਲੀ ਦ੍ਰਿਸ਼ਟੀ। ਪਰਗ੍ਰਹਿ, ਪਰਾਇਆ ਘਰਾਂ ਦੇ ਉੱਤੇ ਲੋਭ ਵਾਲੀ ਦ੍ਰਿਸ਼ਟੀ, ਪਰਾਈ ਇਸਤਰੀ, ਪਰਾਇਆ ਧਨ, ਪਰਾਇਆ ਮਾਲ। ਜਦ ਵਿਦ ਆਚਰਣ, ਆਪਣਾ ਆਚਰਣ, ਆਪਣਾ ਕਰੈਕਟਰ ਜਿਹੜਾ ਵਿਧੀ ਤੋਂ ਉਲਟ ਹੈ, ਭਾਵ ਭੈੜਾ ਆਚਰਣ। ਤਜ ਸਕਲ ਦੁਕ੍ਰਿਤ ਦੁਰਮਤੀ, ਇਹ ਚੀਜ਼ਾਂ ਛੱਡ ਦੇ ਸਾਰੀਆਂ, ਮਗਰ ਇਹ ਚੀਜ਼ਾਂ ਤਿਆਗ ਦੇ। ਤਜ ਸਕਲ ਦੁਕ੍ਰਿਤ, ਭੈੜੇ ਕੰਮ, ਦੁਰਮਤੀ, ਭੈੜੀ ਮੱਤ, ਇਹਦਾ ਉਚਾਰਨ ਹੈ ਦੁਰਮਤੀ। ਇੱਕ ਛੋਟੀ ਜਿਹੀ ਮੱਤ ਜਿਹੜੀ ਲਈ ਬੈਠਾ ਨਾ ਤੂੰ ਆਪਣੀ, ਤਾਂ ਕਹਿੰਦੇ ਨੇ ਮੱਤੀ। ਇਹ ਆਪਣੀ ਮੱਤ ਨੂੰ, ਛੋਟੀ ਜਿਹੀ ਨੂੰ ਤਿਆਗ ਦੇ, ਭੈੜੀ ਮੱਤ ਨੂੰ। ਭੱਜ ਚੱਕਰ ਤਰ ਸ਼ਰਣੰ, ਭੱਜ ਕੇ ਚੱਕਰਧਾਰੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਵਿੱਚ ਚਲਾ ਜਾ, ਇਹ ਚੀਜ਼ਾਂ ਨੂੰ ਤਿਆਗ ਦੇ। ਹਾਂਜੀ। ਹਰ ਭਗਤ ਨਿਜ ਨਹਿ ਕੇਵਲਾ, ਹਰ ਭਗਤ ਨਿਜ ਨਹਿ ਕੇਵਲਾ, ਰਿੱਧ ਕਰਮ ਨਾ ਬਚਸਾ, ਕਰਮ ਨਾ ਬਚਸਾ, ਜੋਗੇਨ ਕਿੰ ਜਾਗੇਨ ਕਿੰ, ਜੋਗੇਨ ਕਿੰ ਜਾਗੇਨ ਕਿੰ, ਦਾਨੇਨ ਕਿੰ ਤਪਸਾ, ਹਰ ਭਗਤ ਨਿਜ ਨਹਿ ਕੇਵਲਾ, ਰਿਦ ਕਰਮ ਨਾ ਬਚਸਾ, ਜੋਗੇਨ ਕਿੰ ਜਗੇਨ ਕਿੰ, ਦਾਨੇਨ ਕਿੰ ਤਪਸਾ। ਜੈਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਭਗਤ ਨੇ ਹਰੀ ਦੇ ਪਿਆਰੇ ਨੇ, ਜਿਹੜੇ ਨਿੱਜ ਭਗਤੀ ਨਾਲ ਜੁੜੇ, ਨਿੱਜ ਭਗਤ ਤੋਂ ਭਾਵ ਜਿਹੜੇ ਪ੍ਰੇਮ ਭਗਤੀ 'ਚ ਨੇ, ਕਿਉਂਕਿ ਬਾਣੀ ਪ੍ਰੇਮਾ ਭਗਤੀ ਨੂੰ ਦਸਮ ਪਾਤਸ਼ਾਹ ਬਾਣੀ 'ਚ ਆਪਣੀ 'ਚ ਸਪਸ਼ਟ ਲਫ਼ਜ਼ਾਂ 'ਚ ਕਹਿੰਦੇ ਨੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜੇ ਤੇਰੇ ਭਗਤ ਨੇ ਨਾ, ਉਹ ਅੰਦਰੋਂ ਪਵਿੱਤਰ ਨੇ, ਬੋਲਾਂ ਤੋਂ ਪਵਿੱਤਰ ਨੇ, ਉਹ ਮਨ ਕਰਕੇ ਪਵਿੱਤਰ ਨੇ, ਉਹ ਕਰਮ ਕਰਕੇ ਵੀ ਪਵਿੱਤਰ ਨੇ, ਕਿਉਂਕਿ ਮਨ ਬਚਨ ਤੇ ਕਰਮ ਕਰਕੇ ਜਿਹੜੇ ਤੇਰੇ ਭਗਤ ਨੇ ਉਹ ਰਿੱਧ ਕਰਕੇ ਅੰਦਰੋਂ ਹਿਰਦੇ ਤੋਂ ਉਸ ਪਰਮਾਤਮਾ ਨੂੰ ਸਿਮਰਦੇ ਨੇ, ਧਿਆਉਂਦੇ ਨੇ। ਜੋਗੇਨ ਕਿੰਗ ਜਗੇਨ ਕਿੰਗ, ਦਾਨੇਨ ਕਿੰਗ ਤਪਸਾ, ਇਹ ਯੋਗ ਧਾਰਨ ਕਰਨਾ,
ਜਗ ਕਰਨੇ, ਦਾਨ ਕਰਨੇ, ਤਪ ਕਰਨੇ, ਉਹਨਾਂ ਲਈ ਕੋਈ ਬਹੁਤੇ ਮਹਿਣੇ ਨਹੀਂ ਰੱਖਦੇ ਫਿਰ ਇਹ, ਕਿਉਂਕਿ ਉਹ ਤੇ ਤੇਰੇ ਨਾਲ ਜੁੜੇ ਹੋਏ ਨੇ, ਉਹ ਤੇ ਮਨ ਬਚਨ ਕਰਕੇ ਤੈਨੂੰ ਧਿਆਉਂਦੇ ਨੇ। ਉਹ ਬਾਹਰਲੇ ਵਿਖਾਵਿਆਂ ਨੂੰ ਉਹਨਾਂ ਲਈ ਬਹੁਤੇ ਮਹਿਣੇ ਨਹੀਂ ਰੱਖਦੇ ਫਿਰ। ਕਿੰਗ ਤੋਂ ਭਾਵ ਹੈ ਉਹਨਾਂ ਲਈ ਕੀ ਮਾਇਨੇ ਰੱਖਦੇ ਨੇ, ਉਹਨਾਂ ਲਈ ਕੋਈ ਬਹੁਤੀ ਮਹਾਨਤਾ ਨਹੀਂ ਰੱਖਦੇ ਇਹ ਚੀਜ਼ਾਂ ਜਿਹੜੇ ਤੇਰੇ ਭਗਤ ਨੇ। ਹਾਂਜੀ। ਗੋਬਿੰਦ ਗੋਬਿੰਦ ਏਤ ਜਪ, ਗੋਬਿੰਦ ਗੋਬਿੰਦ ਏਤ ਜਪ, ਨਰ ਸਕਲ ਸਿੱਧ ਪਦੰ, ਜੈ ਦੇਵ ਆਇਓ ਤਸ ਸਫੁਟੰ, ਭਵ ਭੂਤ ਸਰਵ ਗਤੰ, ਗੋਬਿੰਦ ਗੋਬਿੰਦ ਏਤ ਜਪ, ਨਰ ਸਕਲ ਸਿੱਧ ਪਤੰ, ਜੈ ਦੇਵ ਆਇਓ ਤਸ ਫੁਟੰ, ਪਵ ਭੂਤ ਸਰਬ ਗਤੰ। ਅਖੀਰ ਵਿੱਚ ਭਗਤ ਜੀ ਫਿਰ ਇੱਕ ਗੱਲ ਦਾ ਸਪਸ਼ਟ ਕਰਦੇ ਨੇ ਕਿ ਗੋਬਿੰਦ ਗੋਬਿੰਦ ਏਤ ਜਪ, ਉਸ ਪਰਮਾਤਮਾ ਨੂੰ ਬਾਰ-ਬਾਰ ਉਸ ਗੋਬਿੰਦ ਨੂੰ ਜਪਣਾ ਕਰ। ਨਰ ਸਕਲ ਸਿੱਧ ਪਤੰ, ਐ ਨਰ, ਐ ਮਨੁੱਖ, ਤੂੰ ਸਾਰੀਆਂ ਸਿੱਧੀਆਂ, ਸਾਰੇ ਪਦ ਪ੍ਰਾਪਤ ਕਰ ਸਕਦਾ ਹੈ। ਸਾਰੀਆਂ ਸਫਲਤਾਵਾਂ ਤੇਰੇ ਹੱਥ ਆ ਜਾਣਗੀਆਂ ਜੇ ਤੂੰ ਉਸ ਪਰਮਾਤਮਾ ਨੂੰ ਜਪੇਂਗਾ। ਜੈ ਦੇਵ ਆਇਓ ਤਸ ਫੁਟੰ, ਜੈ ਦੇਵ ਜੀ ਕਹਿੰਦੇ ਮੈਂ ਤੇ ਉਸ ਮਾਲਕ ਦੀ ਸ਼ਰਨ ਵਿੱਚ ਆਇਆ। ਭਵ ਭੂਤ ਸਰਬ ਗਤੰ, ਜਿਹੜਾ ਕਿ ਭਵ ਭੂਤ ਪਿਛਲੇ ਤੇ ਅੱਗੋਂ ਸਮੇਂ ਵਿੱਚ ਹਮੇਸ਼ਾ ਰਹਿਣ ਵਾਲਾ ਹੈ। ਸਰਬ ਗਤੰ, ਸਰਬ ਵਿਆਪਕ ਹੈ, ਸਪਾਈਮਾਨ ਹੈ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਪਰਮਾਤਮਾ ਦੀ ਸ਼ਰਨ ਵਿੱਚ ਆਇਆ, ਉਹਨੂੰ ਹਾਜ਼ਰ ਹਜ਼ੂਰ ਸਮਝ ਕੇ ਉਹਦੀ ਸ਼ਰਨ ਵਿੱਚ ਆ ਗਿਆ। ਕਹਿੰਦੇ ਭੱਜ ਕੇ ਮੈਂ ਬਾਕੀ ਸਾਰਾ ਕੁਝ ਛੱਡ ਦਿੱਤਾ ਹੈ। ਇੱਕੋ ਤਰੀਕਾ ਬਾਣੀ ਸਾਨੂੰ ਦੱਸਦੀ ਕਿ ਜਦੋਂ ਅਸੀਂ ਆਪਣੇ ਕਰਮ ਕਾਂਡਾਂ ਨਾਲ ਜੁੜੇ ਹੋਏ ਹਾਂ, ਜਦ ਤੱਕ ਮੈਂ ਨਾਲ ਜੁੜੇ ਹੋਏ ਹਾਂ, ਤਦ ਤੱਕ ਸਾਡੇ ਪੱਲੇ ਕੁਝ ਨਹੀਂ ਪੈਂਦਾ, ਕਿਉਂਕਿ ਨਾਲ ਸਾਡੀ ਮੈਂ ਜਾਣਦਾ, ਮੈਨੂੰ ਪਤਾ ਹੈ, ਮੈਂ ਸੇਵਾ ਜ਼ਿਆਦਾ ਕਰਦਾ, ਮੈਂ ਇੰਨੇ ਚਿਰ ਤੋਂ ਕਰ ਰਿਹਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਛੱਡ ਦਿੱਤਾ। ਜਿਸ ਦਿਨ ਛੱਡ ਦਿੱਤੀ ਉਸ ਦਿਨ ਅਸੀਂ ਸ਼ਰਨ ਵਿੱਚ ਆ ਗਏ। ਜਦੋਂ ਸ਼ਰਨ ਵਿੱਚ ਆ ਗਏ ਫਿਰ ਅਸੀਂ ਕੁਝ ਵੀ ਨਹੀਂ ਕੀਤਾ। ਫਿਰ ਜੋ ਉਹ ਕੀਤਾ ਉਹਨੇ ਕੀਤਾ, ਜੋ ਕਰਾਇਆ ਉਸਨੇ ਕੀਤਾ, ਫਿਰ ਸਾਡਾ ਕੁਝ ਨਹੀਂ। ਜਦੋਂ ਮੈਂ ਤੇ ਤੂੰ ਦਾ ਝਗੜਾ ਖਤਮ ਹੋਇਆ, ਆਨੰਦ ਉੱਥੇ ਹੀ ਹੈ। ਇੱਥੇ ਮਾਰੇ ਬਾਰ-ਬਾਰ ਗੁਰੂ ਸਾਹਿਬਾਨ ਵੀ, ਭਗਤ ਸਾਹਿਬਾਨ ਵੀ, ਜਿੰਨੇ ਵੀ ਇਹ ਮਹਾਨ ਪੁਰਸ਼ਾਂ ਦੀ ਬਾਣੀ ਦਰਜ ਹੈ, ਉਹਨਾਂ ਨੇ ਸਾਨੂੰ ਇੱਕੋ ਇੱਕ ਮੈਥਡ ਦੱਸਿਆ ਕਿ ਪਰਮਾਤਮਾ ਦੀ ਸ਼ਰਨ ਵਿੱਚ ਚਲੇ ਜਾਓ। ਅਤੇ ਜਦੋਂ ਸ਼ਰਨ ਵਿੱਚ ਆ ਜਾਈਏ ਫਿਰ ਉਹ ਸ਼ਰਨ ਪਿਆ ਆਇਆਂ ਦੀ ਲਾਜ ਰੱਖਦਾ ਹੈ, ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਦਾ ਇਹ ਸੁਭਾਅ ਹੈ। ਉਹ ਫਿਰ ਔਗਣ ਨਹੀਂ ਚਤਾਰਦਾ, ਉਹ ਸਾਡੇ ਗੁਨਾਹਾਂ ਨੂੰ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम हम बारक हर प्रभ के हैं ए आणे, हम बारक हर प्रभ के हैं ए आणे।